जिथों लगी वत कबीर जै दर आवत जाते हो, जै दर आवत जाते हो, कबीर जै दर आवत जाते हो, हट के नाही कोई, हट के नाही कोई, हट के नाही कोई, हट के नाही कोई, सोदर कैसे छोड़िए, सोदर कैसे छोड़िए, जो दर ऐसा होए, जो दर ऐसा होए, जो दर ऐसा होए, जो दर ऐसा होए, सो दर कैसे छोड़िए, सो दर कैसे छोड़िए, जो दर ऐसा होए, जो दर ऐसा होए, जो दर ऐसा होए, जो दर ऐसा होए, कबीर जै दर आवत जाते हो, जै दर आवत जाते हो, हट के नाही कोई, हट के नाही कोई, हट के नाही कोई, हट के नाही कोई, सो दर कैसे छोड़िए, सो दर कैसे छोड़िए, सोई सरवर, सोई सरवर ढूंढ लो, सोई सरवर, सोई सरवर ढूंढ लो, जिथों लगी वत, जिथों लगी वत, छप्पड़ ढूंढे क्या हुए, छप्पड़ ढूंढे क्या हुए, चिक्कड़ डूबे, चिक्कड़ डूबे, हाथ चिक्कड़ डूबे, चिक्कड़ डूबे, हाथ कबीर
कबीर समुंद न छोड़िए, कबीर समुंद न छोड़िए। कबीर समुंद न छोड़िए, कबीर समुंद न छोड़िए। जो अत खारू हो, जो अत खारू हो, कबीर समुंद न छोड़िए, कबीर समुंद न छोड़िए। पोखर पोखर ढूंढते, पोखर पोखर ढूंढते, पलो न कह कोई, पलो न कबीर समुंद न छोड़िए, कबीर समुंद न छोड़िए। जो खारू हो, जो खारू हो, कबीर समुंद न छोड़िए, कबीर समुंद न छोड़िए। पोखर पोखर ढूंढते, पोखर पोखर ढूंढते, पोखर पोखर ढूंढते, पलो न कह कोई, पलो न कह कोई। कबीर समुंद न छोड़िए, कबीर समुंद न छोड़िए। जो खारू हो, जो खारू हो, कबीर समुंद न छोड़िए, कबीर समुंद, कबीर समुंद, कबीर समुंद न छोड़िए। सुंदर कैसे छोड़ी है, सुंदर कैसे छोड़ी है। जो दर ऐसा होए, जो दर ऐसा होए, जो दर ऐसा होए, जो दर ऐसा होए। जय दर आवत जाते हो, जय दर आवत जाते हो, हट के नाही कोई, हट
छप्पड़ टूटे क्या होवे, छप्पड़ टूटे छप्पड़ टूटे क्या होवे, चिक्कड़ डूबे चिक्कड़ डूबे हाथ ਸਾਧ ਸੰਗਤ ਜੀ, ਅਸੀਂ ਸਭ ਨੇ ਰਲ ਕੇ ਫਰੀਦ ਜੀ ਦੇ ਅਤੇ ਕਬੀਰ ਜੀ ਦੇ ਕੁਝ ਸ਼ਲੋਕ ਗਾਏ। ਬਲਿਹਾਰ ਨੇ ਜਾਈਏ ਇਤਨੀ ਸੁਜਾਨ ਮੱਤ ਵਾਲੇ ਗੁਰੂ ਨਾਨਕ ਪਾਤਸ਼ਾਹ ਤੋਂ, ਜਿਹੜੇ ਉਹਨਾਂ ਦੀ ਬਾਣੀ ਨੂੰ ਇਤਨਾ ਸਤਿਕਾਰ ਦੇ ਕੇ ਉਸ ਬਾਣੀ ਨੂੰ ਗੁਰਮੁਖੀ ਅੱਖਰਾਂ ਦੀ ਨੁਹਾਰ ਦੇ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਵਾਸਤੇ ਦਰਜ ਕਰਕੇ ਦੇ ਗਏ। ਜੇਕਰ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀਆਂ ਬਾਣੀਆਂ ਇਕੱਤਰ ਕਰਕੇ ਨਾ ਲਿਆਂਦੇ ਤਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸਾਰੀ ਦੁਨੀਆ 'ਚ ਹੋਰ ਕੌਣ ਸੋਚਦਾ ਹੈ, ਇਹ ਵਾਲੀ ਸੋਚ, ਇਹ ਵਾਲੀ ਡਿਵਾਈਨ ਥਾਟ, ਇਹ ਵਾਲੀ ਪਵਿੱਤਰ ਸੋਚ ਜਿਹਦੇ ਨਾਲ ਦੁਨੀਆ ਦਾ ਕੋਈ ਵੀ ਮਨੁੱਖ ਠੀਕ ਹੋ ਸਕਦਾ ਹੈ, ਉਹ ਸਾਨੂੰ ਪ੍ਰਾਪਤ ਨਹੀਂ ਸੀ ਹੋਣੀ ਜੇਕਰ ਗੁਰੂ ਪਾਤਸ਼ਾਹ ਬਖਸ਼ਿਸ਼ ਨਾ ਕਰਦੇ। ਅੱਜ ਅਸੀਂ ਫਰੀਦ ਜੀ ਦੇ ਅਤੇ ਕਬੀਰ ਜੀ ਦੇ ਇਹਨਾਂ ਸ਼ਲੋਕਾਂ ਨੂੰ ਜਦੋਂ ਉਹਨਾਂ ਨੂੰ ਬਾਣੀ ਵਿੱਚ ਦਰਜ ਕੀਤਾ ਜਾਂਦਾ ਹੈ, ਤਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਦਿਵਸ ਮਨਾਉਂਦੇ ਹਾਂ ਤੇ ਅਸੀਂ ਸਾਰੇ ਗੱਲ ਬੜੇ ਅਦਬ ਨਾਲ ਆਪਣੇ ਅੰਦਰੋਂ ਮੰਨਦੇ ਹਾਂ ਵੀ ਬਾਣੀ ਗੁਰੂ ਹੈ। ਬਾਣੀ ਇਸ ਕਰਕੇ ਬਾਣੀ ਸਾਰੀ ਦੀ ਸਾਰੀ ਗੁਰੂ ਰੂਪ ਸਾਡੇ ਵਾਸਤੇ ਪੇਸ਼ ਹੁੰਦੀ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਜੀ, ਫਰੀਦ ਜੀ, ਨਾਮਦੇਵ ਜੀ, ਧੰਨਾ ਜੀ, ਸਤਨਾ ਜੀ, ਇਹਨਾਂ ਸਾਰਿਆਂ ਦੀ ਬਾਣੀ ਕਿੱਥੋਂ ਲੈ ਕੇ ਆਏ ਤੇ ਬਾਣੀ ਨੂੰ ਸਤਿਗੁਰ ਕਹਿੰਦੇ ਨੇ, ਸੱਚਾ ਗੁਰ। ਸਤਿਗੁਰ, ਗੁਰ ਮਤਲਬ ਤਰੀਕਾ, ਟੈਕਨੀਕ, ਵਿਧੀ। ਕਿਹੜੇ ਵਾਲੀ? ਸੱਚੀ। ਸੱਚੀ ਕਿਹੜੀ ਹੁੰਦੀ ਹੈ? ਜਿਹੜੀ ਸਾਰਿਆਂ ਦਾ ਭਲਾ ਕਰ ਸਕਦੀ ਹੋਵੇ, ਜਿਹਦੇ ਨਾਲ ਦੁਨੀਆ ਦੇ ਹਰ ਮਨੁੱਖ ਦੇ ਮਨ ਦੀ ਕਾਮਨ ਬਿਮਾਰੀਆਂ ਠੀਕ ਹੁੰਦੀਆਂ, ਉਹ ਸੱਚਾ ਗੁਰ। ਯੂਨੀਵਰਸਲੀ ਐਪਲੀਕੇਬਲ ਮੈਥਡ, ਤਰੀਕੇ। ਉਹ ਕਿਸੇ ਪ੍ਰਾਂਤ, ਕਿਸੇ ਦੇਸ਼, ਕਿਸੇ ਖਾਸ ਧੜੇ ਵਾਸਤੇ ਨਹੀਂ ਹੁੰਦੀ, ਸਾਰਿਆਂ ਵਾਸਤੇ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਸਾਰਿਆਂ ਦੇ ਭਲੇ ਵਾਸਤੇ ਹੁੰਦੀ ਹੈ। ਤੇ ਸਤਿਗੁਰ ਦੀ ਬਾਣੀ ਦੀ ਕਸਵੱਟੀ ਤੇ ਜਿਨ੍ਹਾਂ ਦੀ ਬਾਣੀ ਖਰੀ ਉਤਰਦੀ ਸੀ, ਗੁਰੂ ਪਾਤਸ਼ਾਹ ਨੇ ਉਸ ਨੂੰ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ। ਤੇ ਅੱਜ ਅਸੀਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੁਖਾਤਿਬ ਕਰਕੇ ਮੱਥਾ ਟੇਕਦੇ ਹਾਂ।
ਜਦੋਂ ਅਸੀਂ ਪੜ੍ਹਦੇ ਹਾਂ ਆਸਕੀ ਬਾਰੇ ਸੀਸ ਨਿਵਾਇਆ ਕਿਆ ਥੀਏ ਜਾਂ ਰਿਦੇ ਕੁਛ ਸ਼ੁੱਧੇ ਜਾਏ। ਸ਼ੁੱਧ ਹੁੰਦਾ ਪਵਿੱਤਰ, ਕੁਛ ਸ਼ੁੱਧ ਹੁੰਦਾ ਅਪਵਿੱਤਰ। ਜੇ ਮਨ ਸ਼ੁੱਧ ਨਹੀਂ ਹੈ ਨਾ, ਰਿਦਾ ਪਵਿੱਤਰ ਨਹੀਂ ਹੈ, ਤਾਂ ਸਾਡਾ ਮੱਥਾ ਟੇਕਣਾ ਪ੍ਰਵਾਨ ਨਹੀਂ ਹੁੰਦਾ। ਮੱਥਾ ਟੇਕਣਾ ਅਸੀਂ ਛੱਡਣਾ ਨਹੀਂ ਹੈ, ਲੇਕਿਨ ਸੋਚਣਾ ਹੈ ਮੇਰਾ ਮੱਥਾ ਟੇਕਣਾ ਕਾਰਗਰ ਹੋ ਜਾਏ। ਗੁਰਮਤਿ 'ਚ ਮੱਥਾ ਟੇਕਣ ਦਾ ਮਤਲਬ ਹੁੰਦਾ ਹੈ, ਗੁਰੂ ਪਾਤਸ਼ਾਹ ਜੀ ਮੇਰੀ ਮੱਤ ਅਕਲ ਥੋੜ੍ਹੀ ਹੈ, ਤੁਹਾਡੀ ਜ਼ਿਆਦਾ ਹੈ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਤੁਸੀਂ ਮੈਨੂੰ ਸੁਮਤ ਬਖਸ਼ੋ। ਜਿਸ ਇਨਸਾਨ ਨੂੰ ਮੱਥਾ ਟੇਕਣ ਦਾ ਇਹ ਭਾਵ ਸਮਝ ਆ ਜਾਂਦਾ ਨਾ, ਉਹ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਤੇ ਹੋਰ ਮੱਥਾ ਟੇਕਣ ਨਹੀਂ ਜਾਂਦਾ। ਨਾ ਥੜਿਆਂ ਨੂੰ, ਨਾ ਮੜੀਆਂ ਨੂੰ, ਤੇ ਨਾ ਕਿਤੇ ਥੰਬਿਆਂ ਨੂੰ। ਉਹਨੂੰ ਸੰਗਮਰਮਰਾਂ ਨੂੰ ਮੱਥਾ ਨਹੀਂ ਟੇਕਣਾ ਪੈਂਦਾ। ਜਦੋਂ ਕਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ ਤਾਂ ਪਤਾ ਲੱਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਦੇ ਇੰਝ ਨਹੀਂ ਹੋਇਆ ਵੀ ਇੱਕ ਗੱਲ ਨੂੰ ਖੰਡਨ ਕੀਤਾ ਫਿਰ ਬਾਅਦ ਵਿੱਚ ਮੰਡਨ ਕਰ ਦਿੱਤਾ ਹੋਵੇ। ਕਦੇ ਇੰਝ ਨਹੀਂ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਗੱਲ ਗੁਰੂ ਪਾਤਸ਼ਾਹ ਕਦੇ ਤਾਂ ਮੰਨ ਜਾਣ ਤੇ ਕਦੇ ਕਹਿਣਾ ਅੱਛਾ ਚੰਗਾ ਕਰ ਲਓ, ਇੰਝ ਨਹੀਂ ਹੈ। ਟੂ ਆਪਸ਼ਨਸ ਕਦੇ ਨਹੀਂ ਹੈ। ਗੁਰੂ ਪਾਤਸ਼ਾਹ ਇੱਕ ਗੱਲ ਕਰਦੇ ਨੇ, ਇੱਕ ਗੱਲ ਖਰੀ ਹੁੰਦੀ ਹੈ, ਕਿਉਂਕਿ ਗੁਰੂ ਪਾਤਸ਼ਾਹ ਨੂੰ ਇੱਕ ਓਮਕਾਰ ਕਹਿੰਦੇ ਆ, ਰੱਬ ਜੀ ਨੂੰ, ਤੇ ਸਾਹਿਬ ਮੇਰਾ ਏਕੋ ਹੈ, ਏਕੋ ਹੈ, ਭਾਈ ਏਕੋ ਹੈ। ਇੱਕ ਹਮੇਸ਼ਾ ਇੱਕ ਹੀ ਗੱਲ ਕਰਦਾ, ਉਹ ਦੋ ਗੱਲਾਂ ਨਹੀਂ ਕਰਦਾ ਬਈ ਦਿਲ ਕਰੇ ਤਾਂ ਕਰ ਲਓ, ਨਾ ਕਰੇ ਤਾਂ ਨਾ ਸੀ। ਇੰਝ ਨਹੀਂ ਹੈ। ਖੰਡਨ ਅਤੇ ਮੰਡਨ ਦੋ ਨਹੀਂ ਨੇ। ਜਿੱਥੇ ਸਾਨੂੰ ਖੰਡਨ ਅਤੇ ਮੰਡਨ ਦਾ ਡਿਫਰੈਂਸ ਸਮਝ ਨਹੀਂ ਆਉਂਦਾ, ਉੱਥੇ ਸਾਨੂੰ ਖੋਜਣਾ ਗੁਰੂ ਪਾਤਸ਼ਾਹ, ਜਿਵੇਂ ਕਿ ਗੁਰਮਤਿ 'ਚ ਕਹਿੰਦੇ ਨੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰਮਤਿ 'ਚ ਕਹਿੰਦੇ ਨੇ ਤੀਰਥ ਨਾਲ ਤਾਂ ਉਹ ਜਾਂਦੇ ਨੇ ਜਿਹੜੇ ਸਮਝਦੇ ਨੇ ਸਿਰਫ ਰੱਬ ਉੱਥੇ ਵਸਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਉਹਾਂ ਤਾਂ ਜਾਈਏ ਜੋ ਇਹਾਂ ਨਾ ਹੋਏ। ਇਹਾਂ ਕਿਉਂ ਕਹਿੰਦੇ ਨੇ ਗੁਰੂ ਪਾਤਸ਼ਾਹ? ਇਹਾਂ ਦਾ ਮਤਲਬ ਰੱਬ ਸਭ ਜਗ੍ਹਾ ਹੈ, ਇੱਥੇ ਵੀ ਹੈ, ਉੱਥੇ ਵੀ ਹੈ, ਚਾਰੋਂ ਪਾਸੇ ਹੈ, ਹਾਜ਼ਰ ਨਾਜ਼ਰ ਹੈ। ਜੇ ਤੀਰ ਦੇਖਾਂ ਤਾਂ ਤੀਰ ਮੌਜੂਦ ਹੈ। ਇਸ ਕਰਕੇ ਸਪੈਸ਼ਲੀ ਤੀਰਥ ਤੂੰ ਇਹ ਸਮਝ ਕੇ ਨਾ ਜਾ, ਉੱਥੇ ਰੱਬ ਕਦੇ ਆਇਆ ਸੀ ਤੇ ਅੱਜ ਕੱਲ੍ਹ ਆਇਆ ਹੋਏਗਾ। ਕੋਈ ਸੀਜ਼ਨ ਨਹੀਂ ਹੁੰਦਾ ਰੱਬ ਜੀ ਦੇ ਆਉਣ ਦਾ। ਰੱਬ ਜੀ ਜਾਂਦੇ ਹੀ ਕਦੇ ਨਹੀਂ ਨੇ, ਕਿਉਂਕਿ ਸੱਚੇ ਨੇ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਤਿਗੁਰ ਜੀ ਵੀ ਕਦੇ ਨਹੀਂ ਜਾਂਦੇ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਬਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਤੇਰੇ ਅੰਦਰ ਵਸਦਾ ਹੈ ਔਰ ਸਾਰਿਆਂ ਦੇ ਹਿਰਦੇ ਵਿੱਚ ਵੀ ਵਸਦਾ ਹੈ। ਜਦੋਂ ਅਸੀਂ ਜਪਜੀ ਸਾਹਿਬ ਦੀ ਵਿਚਾਰ ਪੜ੍ਹ ਰਹੇ ਸਾਂ ਤਾਂ ਉਹਦੇ 'ਚ ਆਇਆ ਸਹਿਸ 18 ਕਹਨ ਕਤੀਬਾਂ। ਤਾਂ ਮੈਂ ਪੜ੍ਹ ਕੇ ਹੈਰਾਨ ਰਹਿ ਗਿਆ। ਗੁਰੂ ਪਾਤਸ਼ਾਹ ਕਹਿੰਦੇ ਨੇ ਸਹਿਸ 18 ਦਾ ਮਤਲਬ ਹੁੰਦਾ ਹੈ 18,000। 18,000 ਜਿਸ ਤਰ੍ਹਾਂ ਹਿੰਦੂ ਜਗਤ ਵਿੱਚ ਪ੍ਰਚਲਿਤ ਹੈ ਇੱਕ ਅੱਖਰ 84 ਲੱਖ ਜੂਨਾਂ ਹੁੰਦੀਆਂ, ਇਸ ਤਰ੍ਹਾਂ ਇਸਲਾਮ ਜਗਤ ਵਿੱਚ ਮਸ਼ਹੂਰ ਹੈ 18,000 ਕਿਸਮਾਂ ਦੀਆਂ ਜੂਨਾਂ ਹੁੰਦੀਆਂ। ਤਾਂ ਉਹ ਕਹਿੰਦੇ ਨੇ 18,000 ਦੇ ਵਿਚਕਾਰ ਵੀ ਇੱਕੋ ਹੀ ਗੱਲ ਹੈ, ਅਸਨੂੰ ਇੱਕ ਤਾਤ। ਸਭ ਦੇ ਵਿਚਕਾਰ ਰੱਬ ਜੀ ਹੈ, ਸਭ ਦੇ ਵਿੱਚ ਰੱਬ ਜੀ ਦਾ ਨਿਯਮ ਮੌਜੂਦ ਹੈ। ਸਭ ਇੱਕ ਅਠਰਾਮ ਬੋਲ ਹੈ। ਇਸ ਕਰਕੇ ਗੁਰਮਤਿ 'ਚ ਇਹ ਸ਼ਬਦ ਵੀ ਆ ਗਿਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅੱਲਾ ਹੈ। ਔਰ ਉਸ ਸ਼ਬਦ ਵਿੱਚ ਕਹਿੰਦੇ ਨੇ ਤੂੰ ਅੱਲਾ ਕਹਿ ਲੈ, ਤੇਰਾ ਦਿਲ ਕਰਦਾ, ਪਰ ਤੂੰ ਅੱਲਾ ਕਹਿ ਕੇ ਇਹ ਮੰਨ ਕੇ ਹਰ ਇਨਸਾਨ, ਹਰ ਬਸ਼ਰ ਦੇ ਅੰਦਰ ਖੁਦਾ ਵਸਦਾ ਹੈ। फरीदा खल खलक में खलक वसे रब माए। बंदा किस नो आखी है, जतिस बिन कोई ना है। अबे सबके अंदर खुदा जी रहते हैं। किसी को तू नहीं कह सकता, सारों के अंदर ना को मूर्ख ना को सियाना और वड्डा छोटा भी नहीं, बालक बिरद न जानिए नहीं चलती इस दरबार। रब जी सब के अंदर वसते ने, नार में पुरख पुरख में नार, बूझो ब्रह्म ज्ञानी सब के अंदर वसते ने। तू किसी नाल वितकरा भी नहीं कर सकता। मुसलमान को कहते ना, हिंदू को कहते देख सब है घट राम बोले, रामा बोले, राम बिना को बोले रे। तेरा दिल करता राम कहला, तेरा दिल करता अल्लाह कहला, तेरा दिल करता खुदा कहला। पर भावें एहसास 18 तू जूनिया मन ते भावें 84 लाख जूना मन, सब के अंदर इको एक गल है,
ਸਭ ਦੇ ਅੰਦਰ ਖੁਦਾ ਅੱਲਾ ਵਾਹਿਗੁਰੂ ਰਾਮ ਜੀ ਵਸਦੇ ਨੇ। ਇਸ ਕਰਕੇ ਅਸੀਂ ਗੁਰੂ ਪਾਤਸ਼ਾਹ ਤੋਂ ਬਲਿਹਾਰਨੇ ਜਾਂਦੇ ਹਾਂ, ਤਾਂ ਕਰਕੇ ਕਹਿੰਦੇ ਨੇ ਵਾਹ ਗੁਰੂ ਜੀ ਵਾਹ। ਤੇ ਜਦੋਂ ਫਤਿਹ ਬੁਲਾਉਂਦੇ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹਦੇ ਭਾਵ ਅਰਥੀ ਜਾਵਾਂਗੇ ਵਾਹ ਤੇਰੇ ਔਰ ਮੇਰੇ ਵਿਚਕਾਰ ਨਾ ਜੇ ਕੋਈ ਪ੍ਰਾਪਤੀ ਹੈ, ਮੈਂ ਸੁੰਦਰ ਜ਼ਿਆਦਾ ਹਾਂ ਜਾਂ ਮੈਂ ਅਮੀਰ ਜ਼ਿਆਦਾ ਹਾਂ ਜਾਂ ਮੈਨੂੰ ਅਕਲ ਜ਼ਿਆਦਾ ਹੈ ਜਾਂ ਮੇਰੀ ਤੇਰੇ ਨਾਲੋਂ ਕੋਈ ਵੀ ਪ੍ਰਾਪਤੀ ਜ਼ਿਆਦਾ ਨਾ, ਉਹ ਵਾਹਿਗੁਰੂ ਜੀ ਦੀ ਹੈ, ਰੱਬ ਜੀ ਦੀ ਹੈ। ਅਤੇ ਜਿੱਤ ਵੀ ਉਹਨਾਂ ਦੀ ਹੈ। ਮੈਂ ਕਾਹਦਾ ਆਕੜ ਕੇ ਰਵਾਂ। ਫਤਿਹ ਬੁਲਾ ਕੇ ਵੀ ਨਮਰਤਾ ਆਉਂਦੀ ਹੈ। ਜੇ ਫਤਿਹ ਬੁਲਾ ਕੇ ਵੀ ਨਮਰਤਾ ਨਾ ਆਏ ਤਾਂ ਫਿਰ ਮੈਂ ਜੋ ਲਫ਼ਜ਼ ਬੋਲ ਰਿਹਾ ਉਹ ਮੈਂ ਉਹਦਾ ਭਾਵ ਅਰਥ ਹੀ ਨਹੀਂ ਸਮਝ ਰਿਹਾ। ਸਭੈ ਘਟ ਰਾਮ ਬੋਲ ਰਿਹਾ। ਸਹਸ 18 ਕਹਿਨ ਕਤੇਬਾ ਅਸਲੂ ਇੱਕ ਦਾਤ, ਸਭ ਦੇ ਅੰਦਰ ਇੱਕ ਰੱਬ ਜੀ ਖੁਦਾ ਅੱਲਾ ਵਾਹਿਗੁਰੂ ਜੀ ਵਸਦੇ ਨੇ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਜਗ੍ਹਾ ਰੱਬ ਜੀ ਰਹਿੰਦੇ ਨੇ, ਤਾਂ ਤੂੰ ਤੀਰਥਾਂ 'ਤੇ ਕੋਈ ਜਾਂਦਾ ਉੱਥੇ ਤਾਂ ਨਾੜ ਜਾਈਏ। ਜੇ ਇੱਥੇ ਰੱਬ ਜੀ ਨਾ ਹੋਣ, ਤੀਰਥ ਨਾ ਹੋਣ ਜਾਓ, ਤੀਰਥ ਨਾਮ ਹੈ। ਇਹਦਾ ਮਤਲਬ ਗੁਰਮਤਿ 'ਚ ਜਦੋਂ ਬਾਣੀ ਦੀ ਬਣਤਰ ਨੂੰ ਦੇਖਾਂਗੇ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਤੀਰਥ ਨੂੰ ਕਦੇ ਵੀ ਨਹੀਂ ਕਿਹਾ ਗਿਆ ਵੀ ਤੁਸੀਂ ਕੋਈ ਤੀਰਥਾਂ 'ਤੇ ਜਾਓ। ਪਰ ਜਦੋਂ ਅਸੀਂ ਇਤਿਹਾਸਕ ਸਥਾਨਾਂ 'ਤੇ ਜਾਂਦੇ ਹਾਂ ਤਾਂ ਸਾਧ ਸੰਗਤ ਜੀ ਅਸੀਂ ਇਤਿਹਾਸਕ ਸਥਾਨ ਨੂੰ ਮੱਥਾ ਟੇਕਣ ਨਹੀਂ ਜਾਂਦੇ ਹਾਂ। ਕਿਉਂ? ਕਿਉਂਕਿ ਜਦੋਂ ਅਸੀਂ ਇਤਿਹਾਸਕ ਸਥਾਨ 'ਤੇ ਮੱਥਾ ਟੇਕਣ ਜਾਂਦੇ ਹਾਂ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੋਇਆ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਜਾਂਦੇ ਹਾਂ। ਇਹ ਗੱਲ ਵੱਖਰੀ ਹੈ ਉੱਥੇ ਜਾ ਕੇ ਉੱਥੇ ਦਾ ਇਤਿਹਾਸ ਪੁੱਛਦੇ ਹਾਂ, ਸੁਣਦੇ ਹਾਂ। ਲੇਕਿਨ ਤੀਰਥ ਸੋਚ ਕੇ ਵੀ ਉੱਥੇ ਖਾਸ ਜਗ੍ਹਾ ਜਾਵਾਂਗੇ ਤਾਂ ਮੇਰੇ ਪਾਪ ਮਿਟ ਜਾਣਗੇ। ਗੁਰਮਤਿ ਨੂੰ ਕਹਿੰਦੀ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆ ਦੋਏ ਪਾਚੜੀਆਂ ਸੋਰ, ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ। ਵਿੱਚ ਇੱਕ ਹੋਰ ਪੰਕਤੀ ਕਹਿੰਦੇ ਨੇ ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਿਕੋਰ, ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ। ਅੱਛਾ, ਜਿਨ੍ਹਾਂ ਦੇ ਮਨ ਚੋਰ ਨੇ ਨਾ, ਮਨ ਖੋਟੇ ਤਨ ਚੋਰ ਨੇ, ਉਹ ਤੀਰਥਾਂ 'ਤੇ ਨਾੜ ਜਾਂਦੇ ਨੇ। ਇਹ ਇੱਕ ਮੈਂ ਬੇਸਿਕ ਐਗਜ਼ਾਮਪਲ ਦੀ ਸਾਂਝ ਕੀਤੀ। ਜੇ ਗੁਰੂ ਪਾਤਸ਼ਾਹ ਨੇ ਕਿਹਾ ਵੇ ਕਿ ਤੀਰਥ ਨਾਵਣ ਜਾਓ ਤਾਂ ਕਿਹੜੇ ਵਾਲਾ ਤੀਰਥ ਕਿਹਾ? ਅੰਤਰਗਤ ਤੀਰਥ ਮਨ ਲਾਓ, ਤੇਰੇ ਅੰਦਰ ਰੱਬ ਜੀ ਖੁਦਾ ਵਾਹਿਗੁਰੂ ਜੀ ਵਸਦੇ ਨੇ, ਅੰਦਰ ਤੀਰਥ ਹੈ। ਉੱਥੇ ਮਨ ਬਲ ਕੇ ਨਾ ਲਿਆ ਕਰ, ਉਹਨੂੰ ਕਹਿੰਦੇ ਨੇ ਇੰਟਰੋਸਪੈਕਸ਼ਨ। ਆਪ ਨੜੇ ਗਿਰਬਾਨ ਮੈਂ ਸਿਰ ਨੀਵਾਂ ਕਰ ਵੇਖ। ਆਪਣੇ ਅੰਦਰ ਜਾਣਾ ਸਾਨੂੰ ਨਹੀਂ ਆਉਂਦਾ। ਜਿਵੇਂ ਅਸੀਂ ਐਗਜ਼ਾਮਪਲ ਬਣਾਇਆ ਸੀ, ਪਤੀ ਆਪਣੀ ਪਤਨੀ ਨੂੰ ਦਬਾ ਕੇ, ਉਹਨੂੰ ਡੋਮੀਨੇਟ ਕਰਕੇ, ਡੋਰਮੈਟ ਬਣਾ ਕੇ, ਪੈਰ ਦੀ ਜੁੱਤੀ ਬਣਾ ਕੇ ਉਹਦੇ ਨਾਲ ਮਿਸਬਿਹੇਵ ਜੀ ਕਰੇ ਔਰ ਪਤਨੀ ਮਰਤੀ ਕਿਆ ਨਾ ਕਰਤੀ, ਦੁਖੀ ਹੋ ਕੇ ਉਹਨੂੰ ਕਵੇ। ਕਦੇ ਤੁਸੀਂ ਖਿਆਲ ਕੀਤਾ ਜੇ ਤੁਹਾਡੀ ਭੈਣ ਨਾਲ ਇੰਜ ਕੋਈ ਉਸ ਨੂੰ ਤੰਗ ਕਰੇ ਤਾਂ ਤੁਹਾਡੇ ਦਿਲ 'ਤੇ ਕੀ ਵਾਪਰੇਗੀ? ਉਹ ਪਤੀ ਆਪਣੇ ਅੰਦਰ ਜਾ ਹੀ ਨਹੀਂ ਪਾਉਂਦਾ। ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰਕੇ ਸੋਚ ਹੀ ਨਹੀਂ ਪਾਉਂਦਾ, ਨਹੀਂ ਜਾ ਪਾਉਂਦਾ ਨਾ। ਪਰ ਜੇ ਚਲਾ ਜਾਏ ਤੀਰਥ 'ਤੇ ਨਾ ਲਿਆ, ਨਹਾਣ ਸਰ ਕੇ ਹੋਇਆ, ਠਾਠ ਤੀਰਥਾਂ ਦਾ ਇਸ਼ਨਾਨ ਹੋ ਗਿਆ, ਪਵਿੱਤਰ ਹੋ ਗਿਆ, ਉਸ ਵੇਲੇ ਸੌਰੀ ਤੂੰ ਵੀ ਕਿਸੇ ਦੀ ਧੀ ਭੈਣ ਹੈ, ਮੈਂ ਅੱਗੋਂ ਤੋਂ ਤੈਨੂੰ ਬੌਦਰ ਨਹੀਂ ਕਰਾਂਗਾ। ਕੈਸੀ ਗੁਰੂ ਪਾਤਸ਼ਾਹ ਨੇ ਇਨਸਾਨਾਂ ਦੀ ਸਾਈਕੀ ਨੂੰ ਬੜੇ ਪਿਆਰ ਦੇ ਨਾਲ ਸਾਫ਼ ਕੀਤਾ ਹੈ, ਉਹਦੀ ਕੂੜ ਉਤਾਰੀ ਹੈ। ਪਰ ਜਿਹੜੀ ਨੂੰਹ ਆਪਣੇ ਸੱਸ ਨੂੰ ਤੰਗ ਕਰੇ, ਉਹਦੀ ਸੱਸ ਉਹਨੂੰ ਕਵੇ ਬੇਟਾ ਤੂੰ ਆਪਣੀ ਮਾਂ ਨਾਲ ਇੰਝ ਕਰਦੀ ਸੀ ਕਦੇ? ਬਸ ਉਹਨੂੰ ਗਿਰਬਾਨ ਹੀ ਝਾਕਣਾ ਆ ਜਾਏਗਾ, ਘਰਾਂ 'ਚ ਨੂੰਹ ਸੱਸ ਦੀ ਲੜਾਈ ਖਤਮ ਹੋ ਜਾਏਗੀ। ਜਿਹੜੀ ਸੱਸ ਨੂੰ ਤੰਗ ਕਰਦੀ ਹੈ ਉਹ ਕਹੇਗੀ ਮੰਮੀ ਜੀ ਮੈਂ ਤੁਹਾਡੀ ਬੇਟੀ ਬਣ ਕੇ ਤੁਹਾਡੇ ਘਰ ਆਈ ਹਾਂ, ਤੁਹਾਡੀ ਬੇਟੀ ਜਿਹੜੀ ਸੀ ਉਹ ਗਲਤੀ ਕਰੇ ਤਾਂ ਤੁਸੀਂ ਮਾफ़ ਕਰ ਦਿੰਦੇ ਸੀ। ਬਸ ਸੱਸ ਨੂੰ ਅੰਦਰ ਜਾਣਾ ਆ ਗਿਆ। ਆਪਣੇ ਅੰਦਰ ਜਾਣ ਦੇ ਤੀਰਥ ਦੀ ਗੱਲ ਗੁਰੂ ਪਾਤਸ਼ਾਹ ਕਰਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਖੰਡਨ ਮੰਡਨ ਨਹੀਂ ਹੈ। ਜਿੱਥੇ ਯੈਸ ਕੀਤਾ ਉੱਥੇ ਗੁਰੂ ਪਾਤਸ਼ਾਹ ਯੈਸ ਕਹਿੰਦੇ ਨੇ, ਅਤੇ ਜਿੱਥੇ ਨੋ ਕੀਤਾ ਉੱਥੇ ਨੋ ਦਾ ਮਤਲਬ ਹੀ ਯੈਸ ਹੁੰਦਾ ਹੈ। ਪਰ ਜਿਸ ਗੱਲ ਵਾਸਤੇ ਗੁਰੂ ਪਾਤਸ਼ਾਹ ਨੇ ਨੋ ਕੀਤੀ ਹੈ, ਨੋ ਹੀ ਕੀਤੀ ਹੈ, ਕਿਉਂਕਿ ਇੱਕ ਗੱਲ ਕਰਦੇ ਨੇ, ਖਰੀ ਕਰਦੇ ਨੇ। ਅਤੇ ਜਿੱਥੇ ਲੱਗਦਾ ਹੈ ਅਰਥਾਂ ਵਿੱਚ ਕਿ ਯੈਸ ਕੀਤੀ ਹੈ,
ਉੱਥੇ ਵੀ ਗੁਰੂ ਪਾਤਸ਼ਾਹ ਦਾ ਅਰਥ ਉੱਥੇ ਨੋ ਹੀ ਹੁੰਦਾ ਹੈ। ਇਹ ਸਾਨੂੰ ਉਹਦੀ ਗਹਿਰਾਈ 'ਚ ਜਾ ਕੇ ਰਤਨ ਜਵਾਹਰ ਮਾਣਿਕ ਲੱਭਣੇ ਹੋਣਗੇ। ਮੈਂ ਬਚਪਨ ਵਿੱਚ ਇੱਕ ਜਗ੍ਹਾ ਬੱਸ 'ਤੇ ਲੋਕਾਂ ਨੂੰ ਤੀਰਥਾਂ 'ਤੇ ਜਾਂਦਿਆਂ ਦੇਖਿਆ, ਔਰ ਉਹ ਜਿਸ ਵੀ ਤੀਰਥ 'ਤੇ ਜਾ ਰਹੇ ਸੀ ਉਹਨਾਂ ਨੇ ਬੱਸ ਦੇ ਅੱਗੇ ਬੈਨਰ ਲਗਾਇਆ ਸੀ, ਸੰਗਤਾਂ ਸਤਿਨਾਮ ਵਾਹਿਗੁਰੂ ਕਰ ਰਹੀਆਂ ਸੀ, ਸਾਹਮਣੇ ਬੈਨਰ ਲਗਾਇਆ ਸੀ, ਤੀਰਥ ਨਾਈਏ ਸੁਖ ਫਲ ਪਾਈਏ। ਇਹਦਾ ਮੈਨਾਂ ਤੇ ਸਿੱਧਾ ਨਿਕਲਦਾ ਵੀ ਅਸੀਂ ਤੀਰਥਾਂ ਦੇ ਨਾਲ ਜਾ ਰਹੇ ਹਾਂ ਔਰ ਸੁੱਖ ਮਿਲੇਗਾ, ਪਰ ਉਹ ਸਿੱਧਾ ਦਾ ਸਟੇਟਮੈਂਟ ਹੈ, ਗੁਰੂ ਪਾਤਸ਼ਾਹ ਜੀ ਦੀ ਸਟੇਟਮੈਂਟ ਨਹੀਂ ਹੈ। ਸਿੱਧ ਕਹਿੰਦੇ ਨੇ ਵੀ ਅਸੀਂ ਤੀਰਥ ਨਾਈਏ ਸੁਖ ਫਲ ਪਾਈਏ, ਮੈਲਾ ਲਾਗੇ ਕਾਈ। ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਅੰਦਰ ਗਿਆਨ ਦਾ ਸੱਚ ਦਾ ਤੀਰਥ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਅੰਦਰ ਦੀ ਸੋਝੀ ਲਿਆ ਕਰ। ਅੰਦਰ ਕਿਉਂ ਸੋਝੀ ਲੈਣੀ ਹੈ ਜੀ? ਅੰਦਰ ਰੱਬ ਜੀ ਵਸਦੇ ਨੇ। ਜਿਸ ਨੂੰ ਅੰਦਰ ਦੇ ਰੱਬ ਜੀ ਦਾ ਦਰ ਸਮਝ ਆ ਜਾਂਦਾ ਹੈ, ਉਹ ਬਾਹਰ ਦੇ ਦਰਾਂ ਤੋਂ ਭਟਕਣਾ ਛੱਡ ਦਿੰਦਾ ਹੈ। ਜੋ ਬਾਹਰ ਦੇ ਦਰਾਂ ਤੇ ਭਟਕਦਾ ਹੈ ਉਸ ਨੂੰ ਨਮਰਤਾ ਨਹੀਂ ਆ ਸਕਦੀ, ਇੰਪੋਸੀਬਲ। ਜੋ ਪੋਸੀਬਲ ਕਰਾਉਣਾ ਚਾਹੁੰਦਾ ਹੈ ਉਸ ਨੂੰ ਨਮਰਤਾ ਲੈਣੀ ਪਏਗੀ। ਨਮਰਤਾ ਲੈਣ ਵਾਸਤੇ ਅੰਦਰ ਜਾਣਾ ਪੈਂਦਾ ਹੈ, ਜਾਂ ਜਿਹੜਾ ਅੰਦਰ ਚਲਾ ਗਿਆ ਉਹ ਨਮਰਤਾ 'ਚ ਹੋ ਗਿਆ। ਉਸਨੇ ਸਾਰੇ ਬਾਹਰਲੇ ਦਰ ਛੱਡ ਦਿੱਤੇ। ਜਦੋਂ ਬਾਹਰਲੇ ਕਿਸੇ ਵੀ ਦਰ ਦੀ ਟੇਕ ਖਤਮ ਹੋ ਜਾਏ ਨਾ, ਤਾਂ ਅਸੀਂ ਬੇਦਰ ਹੋ ਜਾਂਦੇ ਹਾਂ। ਐਸੋ ਭਾਓ ਬੇਦਰ ਕੋ ਦੇਖਿਓ, ਜਿਸ ਦੀ ਬਾਹਰਲੇ ਦਰਾਂ ਤੋਂ ਟੇਕ ਖਤਮ ਹੋ ਗਈ, ਉਹ ਬਿਦਰ ਹੋ ਗਿਆ। ਨਮਰਤਾ ਦਾ ਸ਼ਬਦ ਹੈ, ਉਹ ਹੰਬਲਨੈਸ ਦੀ ਪ੍ਰਤੀਕ ਹੈ ਉਸ ਸ਼ਬਦ ਦੇ ਅੰਦਰ ਗਹਿਰਾਈ ਵਿੱਚ। ਰਾਜਨ ਕਮਲ ਤੁਮਾਰੇ ਆਵੇ, ਤੂੰ ਤੇ ਆਕੜਿਆ ਫਿਰਨਾ। ਐਸੋ ਪਾਓ ਬਿਦਰ ਕੋ ਦੇਖਿਓ। ਬਿਦਰ ਇੱਕ ਅਵਸਥਾ, ਇੱਕ ਆਤਮਕ ਅਵਸਥਾ ਦਾ ਨਾਂ ਹੈ। ਹਿਸਟਰੀ ਵਿੱਚ ਇੱਕ ਮਨੁੱਖ ਦਾ ਨਾਂ ਸੀ। ਹਿਸਟਰੀ ਵਿੱਚ ਤੇ ਇੱਕ ਮਨੁੱਖ ਦਾ ਨਾਂ ਬਾਬਰ ਵੀ ਹੈ, ਪਰ ਜਦੋਂ ਮੇਰੇ ਉੱਤੇ ਬਾਬਰ ਵਾਣੀ ਫਿਰ ਜਾਏ, ਉਹ ਬਾਬਰ ਨੇ ਕੀ ਕੀਤਾ ਸੀ? ਜ਼ੁਲਮ, ਸਭ ਜਾਣਦੇ ਹਨ। ਪਰ ਜਦੋਂ ਮੇਰੇ ਉੱਤੇ ਬਾਬਰ ਵਾਣੀ ਮੀਨਸ ਬਾਬਰ ਵਰਗੀ ਥਾਟ ਮੇਰੇ ਉੱਤੇ ਅਟੈਕ ਕਰ ਦੇਵੇ, ਜ਼ਹਿਰ ਚਾੜ ਦੇਵੇ ਮੇਰੀ ਮੱਤ ਨੂੰ, ਬਾਬਰ ਵਾਣੀ ਫਿਰ ਗਈ, ਕੋਹਰ ਨਾ ਰੋਟੀ ਖਾਏ। ਫਿਰ ਮਨ ਕੁੰਵਰ ਪ੍ਰਿੰਸ ਜੀ ਰੋਟੀ ਨਹੀਂ ਖਾਂਦੇ, ਕਿਹੜੀ ਸੰਤੋਖ ਦੀ? ਜ਼ੁਲਮ ਦੀ ਤੇ ਖਾਂਦੇ ਨੇ, ਪਰ ਸੰਤੋਖ ਦੀ ਨਹੀਂ ਖਾਂਦੇ। ਇਹਦਾ ਮਤਲਬ ਗੁਰਬਾਣੀ ਅੰਦਰ ਜਿਹੜੇ ਜਿਹੜੇ ਕਰੈਕਟਰਸ ਦੇ ਨਾਂ ਆਏ ਨੇ ਹਿਸਟਰੀ ਵਾਲੇ, ਭਾਵੇਂ ਉਹ ਹਿਸਟਰੀ ਵਾਪਰੀ ਹੋਵੇ, ਭਾਵੇਂ ਉਹ ਮਿਥਿਹਾਸਕ ਹੋਵੇ, ਤੇ ਭਾਵੇਂ ਉਹ ਹਿਸਟਰੀ ਨਾ ਵਾਪਰੀ ਹੋਵੇ, ਮਿਥਿਹਾਸਕ ਹੋਵੇ, ਗੁਰੂ ਪਾਤਸ਼ਾਹ ਉਸਦੇ ਪ੍ਰਤੀਕ ਲੱਭਦੇ ਨੇ ਔਰ ਸਾਨੂੰ ਸਮਝਾਉਂਦੇ ਨੇ। ਇਹ ਮੇਰੀ ਸਟੇਟਮੈਂਟ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀਆਂ ਨੇ। ਜਦੋਂ ਆਏਗਾ ਹਰ ਕੋ ਨਾਮ ਸਦਾ ਸੁਖਦਾਈ, ਉਸ ऐसे जितने भी शब्द आएंगे उन्होंने में आएगा पंचाली को राजसभा में राम नाम सुधाई। पंचाली किनू कहते हैं? द्रौपदी नूं। हुण गुरु ग्रंथ साहिब कहते हैं तेरी पंचाली, क्योंकि जे हिस्ट्री वाली इतिहास वाली या इतिहास वाली पंचाली नूं पढ़ांगे तो उन्होंने तो कृष्ण सुधाई सी। गुरु ग्रंथ साहिब कह रहे हैं पंचाली को राजसभा में राम नाम सुधाई। राजसभा फिर लभना पेगा, केड़ी राजसभा? पंचाली केड़ी ते राम नाम सुधाई, फिर उहदी पत किवें टक्की गई सी? मेरी जदों मत लुटी जाती है ना, मेरी पत लुटी जाती है, तो मेरे अंदर जमा दे ख्यालों का दुर्योधन का राज दरबार लगा हुंदा, मेरी पत लुटी जाती है। तो जदों मैं रब जी नूं अंदरों आउट कर दियां, रब जी नूं आउट करना पता क्या होंदा है? रोवे राम निकाला पिया। राम जी तो गए, अंदरों रब जी गए। मेरी मत सीता अते मेरा मन, ये दोनों रोवे राम निकाला पिया। सीता लक्ष्मण विछड़ गया।
ਜੋ ਹੀ ਮਤ ਅਤੇ ਮਨ ਡਿਪਾਰਟ ਹੋ ਜਾਂਦੇ ਨੇ ਨਾ, ਰਾਵਣ ਆ ਜਾਂਦਾ ਹੈ, ਮੰਦੇ ਖਿਆਲ ਆ ਜਾਂਦੇ ਨੇ, ਮੇਰੀ ਪੱਤ ਲੁੱਟੀ ਜਾਂਦੀ ਹੈ, ਮੇਰੀ ਸੀਤਾ ਲੁੱਟੀ ਜਾਂਦੀ ਹੈ, ਸੀਤਾ ਹਰਨ ਹੋ ਜਾਂਦਾ ਮੇਰਾ, ਇੰਜ ਮੇਰੀ ਦ੍ਰੋਪਦੀ ਨਗਨ ਹੋ ਜਾਂਦੀ ਹੈ, ਮੇਰੀ ਪੱਤ। ਮਤ ਕਾ ਰਾਖਾ ਕਿਹਾ ਗਿਆ। ਅਕਾਲ ਤਖਤ ਦੀ ਰਹਿਤ ਮਰਿਆਦਾ ਪੜ੍ਹ ਕੇ ਦੇਖੋ, ਉੱਥੇ ਅਰਦਾਸ ਵਿੱਚ ਲਿਖਿਆ, ਉੱਥੇ ਇਹ ਨਹੀਂ ਲਿਖਿਆ ਮਤ ਪਤ ਕਾ ਰਾਖਾ ਵਾਹਿਗੁਰੂ, ਉੱਥੇ ਲਿਖਿਆ ਮਤ ਕਾ ਰਾਖਾ। ਮਤ ਮੇਰੀ ਟਿਕਾਣੇ ਰਹੇਗੀ ਤਾਂ ਪੱਤ ਆਪੇ ਟੱਕੀ ਰਹੇਗੀ, ਕੱਜੀ ਰਹੇਗੀ। ਪੱਤ ਨਹੀਂ ਟਕਣੀ ਪੈਂਦੀ, ਪੱਤ ਆਪੇ ਆਟੋਮੈਟਿਕਲੀ ऑब्वियसली वो रेबल है ही है श्योर कि मत टिकाने रवे ना, बुद्ध बदली सिद्ध पाई। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਇਹਦੇ ਵਾਸਤੇ ਕੀ ਕਰ। ਅੱਜ ਅਸੀਂ ਫਰੀਦ ਜੀ ਦਾ ਸ਼ਲੋਕ ਪੜਿਆ, ਫਰੀਦਾ ਸੋਈ ਸਰਵਰ ਢੂੰਡ ਲੋ, ਐਸੇ ਵਾਲਾ ਸਰੋਵਰ ਢੂੰਡ ਲੈ ਜਿੱਥੋਂ ਲੱਭੀ ਵੱਤ, ਜਿੱਥੋਂ ਤੈਨੂੰ ਕੀਮਤੀ ਵਸਤ ਪ੍ਰਾਪਤ ਹੋ ਸਕਦੀ ਹੈ। ਜੇ ਵਸਤ ਤੂੰ ਨਾ ਲਵੇਂ ਤਾਂ ਤੇਰਾ ਜੀਵਨ ਬਰਬਾਦ ਹੈ। ਮੈਨੂੰ ਨਾ ਮੇਰੀਆਂ ਅੱਖਾਂ 'ਤੇ ਜ਼ਿਆਦਾ ਵਿਸ਼ਵਾਸ ਹੈ। ਮੈਂ ਸ਼ੀਸ਼ੇ 'ਚ ਦੇਖਦੀ ਹਾਂ, ਮੇਰੀਆਂ ਅੱਖਾਂ ਬਹੁਤ ਸੁੰਦਰ ਹਨ। ਕੋਈ ਕਹਿੰਦਾ ਮੈਂ ਸ਼ੀਸ਼ੇ 'ਚ ਦੇਖਦੀ ਹਾਂ ਮੇਰਾ ਨੱਕ ਬੜਾ ਸੁੰਦਰ ਹੈ, ਕੋਈ ਕਹਿੰਦਾ ਮੈਂ ਸ਼ੀਸ਼ੇ 'ਚ ਦੇਖਦਾ ਮੇਰਾ ਰੰਗ ਬੜਾ ਗੋਰਾ ਹੈ, ਕੋਈ ਦੇਖਦਾ ਸ਼ੀਸ਼ੇ ਵਿੱਚ ਮੇਰੇ ਲਿਪਸ ਬੜੇ ਸੁੰਦਰ ਹਨ, ਕੋਈ ਕਹਿੰਦਾ ਉਹ ਫਲਾਣੇ ਦੇ ਦੰਦ ਬੜੇ ਸੋਹਣੇ ਨੇ। ਇਹ ਤੇ ਨਾ ਬਾਹਰਲੀਆਂ ਟੇਕਾਂ ਨੇ, ਅੰਦਰ ਦੀ ਨਾ ਲੱਭੀ ਤਾਂ ਇਹ ਬਾਹਰਲੇ, ਇਹ 10 ਵਸਤੂ ਇਹ ਨੇ ਇੰਦਰੇ ਗਿਆਨ ਇੰਦਰੇ, ਇਹਨਾਂ ਦੇ ਪਿੱਛੇ ਟੁਰਦਾ ਹੈ। 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ सतगुरु की मत नहीं ली, सोई सर्वर ढूंढ लो जितों लंबी बात। एक वस्त कारण सच नहीं ना लिया। एक बस नूं किवें समझिए, फर्ज करो एक बीबी बचपन ही अपनी माँ की गल मनती ही नहीं, माँ विचारी उहदे पढ़दे कजदी रहिंदी है, प्यार करती रहती है, चलो कोई गल नहीं, पढ़न दे दिन वो सीखती नहीं, ना तो बुजुर्गों को गिलास पानी पुछती है, ना सेवा भाव है, तो ना किचन वड़ती है। जे माँ कवे सब्जी कट दे तो सब्जी भी कट्टन को तैयार नहीं, प्याज कट दे मेरी आंखों में लग जाएगा, इंज कोई ना कोई नखरा कर लेंदी सी। पर उस तो बाद वड्डी हो गई, वड्डी होके ब्यूटी पार्लर जाने का टाइम है, वड्डी होके सहेलियां नाल चैट करन दा टाइम है, वड्डी होके टीवी देखने का टाइम है, सीरियल देखने का टाइम है, अपने फोन उत्ते टैक्स मैसेज करन दा टाइम है, राता जागण का टाइम है। पर मां कोलों कुकिंग सीखण का टाइम नहीं है। हुण जदों ये विआही गई उत्थे नूं कुछ भी नहीं करना आंदा, उहदा पति ते सस दुखी हन, सारा घर नरक बनिया हुआ। हुणे सस संभाल लेंदी है, लेकिन सस भी बीमार हो गई, हुण रोज डंडा सोटा चलता है। एक वस्त कारण क्या, कुकिंग नहीं सीखी, काश सीख ली होती। असीं जदों काउंसलिंग्स करते हैं ना लोकां दियां, तां गुरमत अनुसार करने की कोशिश करते हैं, तो हैरान होईदा ਜਿਹੜੇ नौजवान मुंडे कुड़ियां ਦੀ आपस ਵਿੱਚ नहीं बनती, ਉਹਦੇ ਵਿੱਚ ਕੁੜੀ 4 ਦਿਨਾਂ ਬਾਅਦ ਪੇਕੇ ਘਰ ਵਾਪਸ ਆ ਜਾਂਦੀ ਹੈ ਵਿਆਹ ਕਰਾਉਣ ਤੇ। ਉਹਨੂੰ ਪੁੱਛੀਦਾ ਹੋਇਆ ਕੀ ਸੀ, ਕਹਿੰਦੀ ਮੇਰੀ ਸੱਸ ਕਹਿੰਦੀ ਆ ਕੁਕਿੰਗ ਕਰਿਆ ਕਰ। ਅੱਛਾ ਤੈਨੂੰ ਕੀ ਕੁੱਕ ਕਰਨਾ ਆਉਂਦਾ, ਕਹਿੰਦੀ ਮੈਨੂੰ ਅੰਡਾ ਉਬਾਲਣਾ ਆਉਂਦਾ। ਵਾਹ ਜੀ ਵਾਹ, ਬੜਾ ਕੀਮਤੀ ਕੰਮ, ਅੰਡਾ ਉਬਾਲਣਾ। ਇੱਕ ਨੂੰ ਪੁੱਛਿਆ ਤੈਨੂੰ ਕੀ ਆਉਂਦਾ, ਕਹਿੰਦੀ ਮੈਨੂੰ ਟੈਂਕ ਬਣਾਉਣਾ ਆਉਂਦਾ। ਔਰੇਂਜ ਜੂਸ ਦਾ ਉਹਦੇ 'ਚ ਚਮਚ ਭਰੀ ਗਲਾਸ ਘੋਲ ਦਿੱਤੀ। ਇਹਦੇ ਨਾਲ ਬੱਚੇ ਨਹੀਂ ਪਲਦੇ ਨੇ। आप पिज़्ज़ा खा के, फास्ट फूड खा के, बर्गर खा के बाहर 4 या 6 दिन या 6 महीने या 6 साल पेट खराब हो जाता, पर ये निक्के निक्के बच्चे नहीं पलते ने, परिवार नहीं पलते ने, बुजुर्गों की सेवा नहीं हो सकती। बुजुर्ग नहीं रोज़ है फास्ट फूड हो रहा है, यह सारा दुनिया भर दी चीज़ां पचा सकते हैं। एक प्रॉब्लम है
एक बस्त कारण, क्या कुकिंग नहीं सीखी। गुरु पातशाह गुरमत अनुसार की कहते ने, 23 अड़ैशो सेव तू 100 अड़ै सुख बस। गुरमिल चज अचार सिख तुद कदे न लगे दुख। ਇਹ ਅਸੀਂ ਆਪਣੇ ਜੀਵਨ ਵਿੱਚ ਦੁਨੀਆ ਭਰ ਦੀ ਹਰ ਚੀਜ਼ ਜਾਣਦੇ ਹਾਂ। ਜਿਹਨੂੰ ਪੁੱਛੋ ਵਕਾਲਤ ਉਹਨੂੰ ਆਉਂਦੀ ਹੈ, ਜਿਹਨੂੰ ਪੁੱਛੋ ਬਹਿਸ ਉਹਨੂੰ ਕਰਨੀ ਆਉਂਦੀ ਹੈ, ਜਿਹਨੂੰ ਪੁੱਛੋ ਉਹਨੂੰ ਸਿੰਘ ਫਸਾਣੇ ਆਉਂਦੇ ਨੇ, ਜਿਹਨੂੰ ਪੁੱਛੋ ਉਹਨੂੰ ਧਰਮ ਦੀ ਹਰ ਗੱਲ ਪਤਾ ਹੈ, ਜਿਹਨੂੰ ਪੁੱਛੋ ਉਹਨੂੰ ਬਿਜ਼ਨਸ ਬਾਰੇ ਸਭ ਕੁਝ ਪਤਾ ਹੈ, ਜਿਹਨੂੰ ਪੁੱਛੋ ਉਹਨੂੰ ਸਟਾਕ ਮਾਰਕੀਟ ਬਾਰੇ ਸਭ ਕੁਝ ਪਤਾ ਹੈ, ਜਿਹਨੂੰ ਪੁੱਛੋ ਉਹਨੂੰ ਪ੍ਰਾਪਰਟੀਆਂ ਬਾਰੇ ਸਭ ਕੁਝ ਪਤਾ ਹੈ, ਜਿਹਨੂੰ ਪੁੱਛੋ ਉਹਨੂੰ ਫੈਸ਼ਨ ਬਾਰੇ ਸਭ ਕੁਝ ਪਤਾ ਹੈ। ਹਾਏ ਸਾਨੂੰ ਸਭ ਕੁਝ ਪਤਾ ਪਰ ਇੱਕ ਬਸਤ ਨਹੀਂ ਪਤਾ। ਸਤਿਗੁਰ ਦੀ ਮੱਤ ਨਹੀਂ ਲੈਂਦੇ। ਸੋਈ ਸਰਵਰ ਢੂੰਡ ਲੋ ਜਿੱਥੋਂ ਲੱਭੀ ਵੱਥ, ਜਿੱਥੋਂ ਤੈਨੂੰ ਇੱਕ ਤਤ ਗਿਆਨ ਦਾ ਰਤਨ ਜਵਾਹਰ ਮਾਣਿਕ ਵਰਗੀ ਵੱਥ ਪ੍ਰਾਪਤ ਹੋ ਸਕਦੀ ਹੈ। ਜੇ ਉਹ ਨਹੀਂ ਹੋਈ ਤਾਂ ਤੂੰ ਬਾਹਰਲੇ ਦਰਾਂ ਤੇ ਭਟਕ ਰਿਹਾ। ਬੇਦਰ ਨਹੀਂ ਹੋਇਆ, ਭਟਕਣਾ ਹੈ। ਤੂੰ ਟਿਕ ਕੇ ਨਹੀਂ ਬਹਿ ਸਕਦਾ। ਇਸ ਗ੍ਰਹਿ ਮੇਂ कोई जागत रहे, इस ग्रह में कोई जागत रहे, कोई जागत रहे। सावत वस्त ਜੇ ਤੂੰ ਅਲਰਟ ਹੈ, ਅਵੇਅਰ ਹੈ, ਤਾਂ ਤੂੰ ਜਾਗਦਾ ਹੈ, ਤਾਂ ਅੰਦਰ ਦੀ ਵੱਥ ਪ੍ਰਾਪਤ ਹੋ ਸਕਦੀ ਹੈ। ਸੋਈ ਸਰਵਰ ਢੂੰਡ ਲੋ, ਅੰਦਰ ਦਾ ਸਰੋਵਰ ਲੱਭ ਲੈ, ਸਮੁੰਦਰ ਲੱਭ ਲੈ, ਓਸ਼ਨ ਸਾਗਰ। ਸੋਈ ਸਰਵਰ ਢੂੰਡ ਲੋ। ਫਰੀਦ ਜੀ ਕਹਿੰਦੇ ਨੇ ਜਿੱਥੋਂ ਲੱਭੀ ਵੱਥ। ਛੱਪੜ ਢੂੰਡੇ ਕਿਆ ਹੋਇਆ? ਇਹ ਸਭ ਛੱਪੜ ਹੈ ਕਿ ਦੁਨੀਆ ਭਰ ਦੀ ਬਾਹਰਲੀ ਸਾਰੀ ਹਰ ਕਿਸਮ ਦੀ ਨੌਲੇਜ ਇਕੱਠੀ ਕਰ ਲੈਣੀ। ਪਰ ਡੁੱਬਦਾ ਡੁੱਬ ਡੁੱਬ ਮਰੀਏ, ਉਸ ਡੁੱਬਣ ਤੋਂ ਤਰ ਕੇ ਪਾਰ ਕਿਵੇਂ ਹੁੰਦੇ ਆ, ਉਹਦੀ ਮੱਤ ਨਾ ਲੈਣੀ। ਭਵਜਲ ਬਿਨ ਸ਼ਬਦ ਹੈ ਕਿਉਂ ਤਰੀਏ, ਉਹ ਵਾਲੀ ਮੱਤ ਪ੍ਰਾਪਤ ਹੀ ਨਾ ਕਰਨੀ। ਉਹਦੇ ਵਾਸਤੇ ਸਮਾਂ ਹੀ ਨਾ ਕੱਢਣਾ। ਆਪਣੀਆਂ ਚਤਰਾਈਆਂ ਚਲਾਕੀਆਂ ਗਾਲਾਂ ਕੱਢਣ, ਉੱਚੇ ਬੋਲ, ਭੈੜੇ ਬੋਲ ਔਰ ਗੁੱਸਾ, ਇਹਨਾਂ ਚੀਜ਼ਾਂ 'ਤੇ ਟੇਕ ਰੱਖਣੀ। ਪਰ ਸਟੇਬਲ ਥਿਰ ਹੋ ਜਾਣ ਵਾਲੀ ਮੱਤ ਲੱਭਣੀ ਨਾ। ਸੋਈ ਸਰਵਰ ਢੂੰਡ ਲੋ ਜਿੱਥੋਂ ਲੱਭੀ ਵੱਥ। ਛੱਪੜ ਢੂੰਡੇ ਕਿਆ ਹੋਵੇ? ਚਿੱਕੜ ਡੁੱਬੇ ਹੱਥ। ਚਿੱਕੜ 'ਚ ਹੱਥ ਪਾਓ ਨਾ, ਕੁਛ ਪ੍ਰਾਪਤ ਨਹੀਂ ਹੁੰਦਾ। ਹੁਣ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਕੈਸੇ ਵਾਲਾ? ਐਸੇ ਦਰ ਨੂੰ ਕਿਉਂ ਛੱਡਦਾ ਹੈ? ਜਦੋਂ ਲੋਕੀ ਸੱਚ ਦਾ ਦਰ ਛੱਡਦੇ ਨੇ ਨਾ, ਤਾਂ ਉਹ ਮਨੁੱਖਾਂ ਦੀ ਟੇਕ ਰੱਖਦੇ ਨੇ। ਜਦੋਂ ਅਸੀਂ ਕਿਸੇ ਨੂੰ ਕਹਿੰਦੇ ਫਲਾਣਾ ਫਲਾਣੇ ਦਾ ਬੰਦਾ ਹੈ, ਤਾਂ ਉਹਨੂੰ ਕਹਿੰਦੇ ਮਨ ਨੂੰ ਖੋਏ ਬੰਦੇ ਦਾ ਬੰਦਾ। ਪਰ ਅਸੀਂ ਸਾਰੇ ਸਤਿਗੁਰ ਜੀ ਦੇ ਬੰਦੇ ਹਾਂ। ਵੀ ਆਲ ਆਰ ਚਿਲਡਰਨ ਆਫ ਗੋਡ, ਇੱਕ ਪਿਤਾ ਇੱਕ ਅਸਕੇ ਬਾਰਕ। ਅਸੀਂ ਸਾਰੇ ਰੱਬ ਜੀ ਦੇ ਬੰਦੇ ਹਾਂ, ਕੋਈ ਕਿਸੇ ਦਾ ਬੰਦਾ ਹੁੰਦਾ ਹੀ ਨਹੀਂ ਹੈ। ਪਰ ਜਦੋਂ ਅਸੀਂ ਦੇਹਧਾਰੀ ਗੁਰਤਾ ਦੇ ਚੱਕਰ ਵਿੱਚ ਪੈਂਦੇ ਹਾਂ, ਤਾਂ ਸਾਨੂੰ ਉਸ ਮਨੁੱਖ 'ਤੇ ਟੇਕ ਆ ਜਾਂਦੀ ਹੈ। ਔਰ ਦੇਹਧਾਰੀ ਸਰੀਰਕ ਗੁਰਤਾ ਵਾਲੇ ਕੀ ਕਰਦੇ ਨੇ, ਕਈ ਜਗ੍ਹਾ ਬਾਣੀ ਵਰਤ ਲੈਂਦੇ ਨੇ। ਔਰ ਬਾਣੀ ਦੇ ਵਿੱਚ ਜਦੋਂ ਆਉਂਦਾ ਹੈ ਕਿ ਸਤਿਗੁਰ ਹੋਣਾ ਚਾਹੀਦਾ, ਗੁਰੂ ਬਿਨ ਹਨੇਰਾ ਹੈ, ਗੁਰੂ ਬਿਨ ਘੋਰ ਅੰਧਾਰ ਹੈ, ਤਾਂ ਉਹ ਕਹਿੰਦੇ ਨੇ ਗੁਰੂ ਬਿਨਾ ਹਨੇਰਾ ਹੈ ਸਾਧ ਸੰਗਤ ਜੀ, ਗੁਰੂ ਹੋਣਾ ਜ਼ਰੂਰੀ ਹੈ। ਗੁਰੂ ਬਿਨਾ ਗੱਤ ਨਹੀਂ ਜੀ, ਸ਼ੋ ਬਿਨਾ ਪੱਤ ਨਹੀਂ। ਤੇ ਆਪਣੇ ਵੱਲੋਂ ਕਹਿ ਰਹੇ ਹੁੰਦੇ ਨੇ ਗੁਰੂ ਉਹ ਦਰਅਸਲ ਮੈਨੂੰ ਮੰਨੋ, ਇਸ ਤਰ੍ਹਾਂ ਸਮਝਦੇ ਹਾਰੇ ਹੁੰਦੇ ਨੇ। ਆਪਣੀਆਂ ਪੁਸਤਕਾਂ 'ਚ ਅਰਥ ਵੀ ਇੰਝ ਹੀ ਕਰਦੇ ਨੇ ਵੀ ਗੁਰੂ ਕੌਣ ਹੈ? ਇੱਕ ਸਰੀਰਕ ਜਿਸ ਨੂੰ ਬ੍ਰਹਮ ਗਿਆਨੀ ਕਹਿ ਕੇ, ਬ੍ਰਹਮਚਾਰੀ ਕਹਿ ਕੇ, ਉਸ ਨੂੰ ਗੁਰੂ ਉਹਦੇ ਚੇਲੇ ਬਣਾ ਦਿੰਦੇ ਨੇ।
ਉਹਨੂੰ ਕਹਿੰਦੇ ਨੇ ਉਹ ਆਪ ਭੁੱਲਿਆ ਹੋਇਆ ਜਿਹੜਾ ਆਪ ਗੁਰੂ ਬਣ बैठा है। जिन गुर गोप्या अपना, जिसने छुपाया है अपने गुरु को, जिन गुर गोप्या अपना ते नर बुरियारी। हुण कबीर साहब सानू कहते ने सोदर कैसे छोड़िए जोदर ऐसा होए, केड़े वाला, जिहड़ा तेरे अंदर है। अंदर क्यों है? क्योंकि अंदर रब जी वसदे ने। अंदर रब जी वसदे ने तो गुरमति च रब अते गुरु दोनों इक्को प्रथाएं है। गुर परमेश्वर एको जान, दोनों इक्को मन्निया गया। तो जदों अंदर दा दर तू छड्डदा है ना तां तू भटकना विच पैंदा है। सोदर कैसे छोड़िए जोदर ऐसा होए, केड़े वाला दर, जै दर आवत जाते हो। कबीर जै दर आवत जाते हो, जिस दर अंदर तैनू आंदिया जांदिया कोई नहीं रोक सकदा। मैं बिजनेस करना चाहवां कोई मैनू रुकावट पा सकता है, मैं पढ़ाई करना चाहवां कोई रुकावट पा सकता है, मैं फलानी जगह ब्याह कराना चाहवां कोई रुकावट पा सकता है, मैं फलाने देश जाना चाहवां मैनू कोई पासपोर्ट या वीज़े की प्रॉब्लम आ सकती है, मैं कुछ बनना चाहवां मैनू रुकावट कोई पा सकता है। पर जे मैं अपने अंदर जाना चाहवां कोई रुकावट नहीं पा सकता। क्यों? अंदर दा खजाना हर किसी का बर्थ राइट है, हर किसी का अपना निजी खजाना है। जिस सस नूं अपना निजी खजाना समझ आ जाता है, वो अपने पुत्र नूं सारा दिन नहीं तकती रहती भी की करते पे ने, तो मैनू सीधे राह पाना है। वो अपने अंदर के खजाने नाल मस्त होंदी है। जिस पति नूं अपने अंदर का खजाना समझ आता, वो हर वेले पत्नी पर नज़र रखता है। जिस पत्नी नूं अंदर का खजाना समझ नहीं आया, वो हर वेले कहाँ गए थे, कितने बजे गए थे, कब आओगे, संडे का दिन है, बाहर घुमाने नहीं ले गए, हमारा बर्थडे नहीं मनाया। भाई तेन अंदर के खजाने की गल नहीं समझ आई। कारी में अमृत भरपूर है, अंदर का खजाना लभ लै, बाहर दी भटकना तो छुट जाएगा। जैदर आवत जाते हो हटके नहीं कोई नहीं रोक सकता। सत्संग जी जिथे सानू कोई रोके उत्थे तो सानू मुसीबत है, लेकिन अंदर जाने तो कोई नहीं ना रोक सकता। अंदर जाना इंट्रोस्पैक्शन होता है, इंट्रोस्पैक्शन हो जाए सारे बाहरले झगड़े भी मुक जाते हैं, क्योंकि परलोक सुहेला हो जाता है। लोक सुखी है परलोक सुहेले इंज बनता है। जिसका परलोक सुहेला हो जाए उसका बाहरला लोक भी सुखी हो ही जाता है। पर जिसका परलोक ठीक नहीं है, वह लोक गयो परलोक गवायो, वह अंदरों भी तो बाहरों भी दुखी दुखी रहता है। सो उलामे दिने के राती मिलन सहंस, ओ दिन रात परेशान ही रहता, हाय हाय करता रहता है। हाय हाय तो मैनू गल याद आई है, जदों तुसी स्टेशनां ते जाओ ना, कद देखना रेलवे स्टेशन ते सवेर का टाइम होएगा, चाय चाय, और 1 मिनट के अंदर 10 बारी बोलते चाय गर्म चाय गर्म चाय गर्म चाय करी जाएगा। 10-11 बजन फिर थोड़ा थोड़ा स्लो हो जाएगा, फिर शाम तक फिर चाय करेगा। रात के 10 बजन तो ट्रेन कितों लंघ रही हो, रात के 10-11 बजे बड़ी देर बाद कहेगा चाय चाय, बड़ी देर बाद, और उस तो बाद उन्होंने नींद आ रही होगी, वो हाय हाय कर रहा होता, चाय नहीं बोल पाता। क्यों? क्योंकि रात चढ़ गई वो जीवन, जिन्हों की जिंदगी रात चढ़ जाती है ना, अंदरों परलोक गवाया हो चुका होंगे ना, अपसैट होंगे ने ना, वो दिन रात 24 घंटे उसे रात की अवस्था च रहते हैं, हर वेले थके। बुरे काम को उठ खलोया, नाम की बेला पै पै सोया, हर वेले हाय हाय, हर वेले रात। तू सुखी होना चाहता है, सोदर कैसे छोड़िए जोदर ऐसा होए। कबीर जैदर आवत जाते हो हटके नहीं कोई, तेनू कोई रोक नहीं सकता। अंदर क्यों नहीं जाता तू, अंदर की वस्त क्यों नहीं लैंदा, मुफ्ती मिल रही है। सिर्फ तेरी एक नम्रता चाहिए है कि तू बाहरले दरां तो अंदर दे दर वास्ते बिदर हो जा। राजन कवन तुम्हारे आवे, ऐसो पाओ बिदर को देखियो वो गरीब मोए पावे। ए गरीबड़ा सुभाव, गरीबड़े सुभाव वाला अंदर जा सकता है। जिसका गरीबड़ा सुभाव नहीं है ना, उन्हें बाहर मस्त है, कपड़ियां विच मस्त है, ज्वेलरी विच मस्त है,
फैशन विच मस्त है, ब्याह शादी दे शो ऑफ विच मस्त है, कोई कारां विच मस्त है, कोई कंप्यूटरां च मस्त है, कोई सैलफोन के दिखावे च मस्त है, कोई धार्मिक दुनिया के विचकार जाके अपने कर्मा कांडा च मस्त है, कोई मंथली तीर्थां ते नहाण दे विच मस्त है, कोई सालाना कर्म कांड और पाखंड च मस्त है, पर तू अंदर नहीं ना जाता, बेदार नहीं है, नम्रता नहीं आ रही है तेनू। इस करके असी कबीर साहब दे फरीद साहब दे श्लोकां तो ये समझिया कि गुरसागर रतनी पर पूरे अमृत संत चुगै नहीं दूरे। वो रब जी नूं दूर नहीं समझते ने, जेड़े दूर नहीं समझते ने वो अंदर समझ लेंदे ने, हाथ पै नेड़े समझ लेंदे ने, बिल्कुल हाथ तो भी नेड़े, यह हाथ भी उन्हें दूर है, अंदर नेड़े रहते वो नेड़े समझ लेंदे ने जदों, तां की हुंदा है हर रस चोग चुगै प्रभ भावै, वो रब दा चूगा चुगदे ने, उन्हां दे मन रूपी प्रभ नूं पाउंदा है। सरवर में हंस प्राण पत पावै, क्या बग बपड़ा छपड़ी नाए, किचड़ डूबे मैल ना जाए। वो किचड़ च नहाते रहते ने जेड़े अंदर नहीं जाते ने और सच का दर छड़ देंदे ने। जितनी मैं गल्लां कीतियां ना ब्याह शादी और फैशन और दुनिया भर दी एनी वर्ल्डी थिंग्स और धार्मिक दुनिया के कर्म कांड और पाखंड जेड़े मस्त रहते हैं ना, ये सारा एक कर्म कांड दे चिक्कड़ दे नाल अपने जीवन दा महल की उसारी कर रहे ने। भिंडोल महला पहला गुरु साहब कहते हैं, काहे कलरासी जो, काहे कलरासी जो, जन्म गवाऊं जन्म गवाऊं, आज हुण साध संगत जी अपने आप को इस पॉसिबिलिटी हो आया दूरों चल के मैं तक्की तो शरणाई जी, मैं तेरी शरण आया, हूँ इसको पॉसिबल बनाइए, संभव बनाइए। असी सारे भटके हुए हाँ, असी सारे उस दर को प्राप्त नहीं कर पा रहे हैं। हुण अपने आप को इस तरह सोचिए कि गुरु पातशाह गुरु ग्रंथ साहब के अंदर साढ़े सारे अवगुणों को खोज खोज के डायग्नोज कर करके कृपा कटाख अवलोकन कीनो, क्यों दास का दुख बितारे हो, मेरा दुख दूर करने वास्ते मेरे रोग मेरे अवगुण दसते ने, ते दसन तो बाद आस बंधा देंदे ने कि छुट भी सकता है रोग तो। रोग दारू दोवें बुझे तो वह सुजान, तो मैनू दसते ने देख तेरे अंदर ना दोनों ख्याल दी हाथा ने, हंस भी ते बगला भी, या हंस भी ते कां भी, तू कां वाली बिरती है, तेरी कालक और मुर्दार खान वाली आदत ने तेरे ते डिपेंड करता है, क्या हंस क्या बगला। गुरु पातशाह कहते ने दोनों मेरे मन की अवस्था, इन्हां चों किहड़ी दे बारे तू कैश कराना चाहता। देख हंस बिरती लै लवे तो तैनू चोगा अंदर का चुगना आ जाएगा, कां बिरती लै लवे तू बाहर का चोगा चुगेगा। बाहर का चोगा चुगण च ना असी ये मस्त रहते हैं दिन रात, ऐ की करदा है ते ऐ की करदा है ते ऐ की करदा है ते ओ की करदा है, हर वेले दूजियां ते अख रखी रखना। दूजियां ते अख रखण वाले नू काणा कहते ने, भावें उन्होंने दोनों अखां नाल नजर आता होवे। आवरण हस्त आप है काणे, वो काणे होंदे ने। जी मैं काणा हाँ, उसकी निशानी की है, मैनू अपनी वल अख घुमानी आती नहीं, वो मेरी अख बंद है, यह वाली अख लोगों वाल खुली हुई है।
ऑलवेज आई एम बिजी। ए चिक्कड़ डुबे हठ। कां बिरती है तो चिक्कड़ गंद मुर्दार खाते हाँ, और जे हंस बिरती है तो सब जगह तो रतन जवाहर माणिक वर्गे हीरे चुगांगे। डिपेंड तेरे ते करता है कि तू कहाँ है, तो सब जगह तो मुर्दार इकट्ठा कर लेगा। जिथे डिठा मृतको इल बैठी आए। ਤੁਸੀਂ ਕਦੇ ਨੋਟਿਸ ਕੀਤਾ ਘਰਾਂ ਦੇ ਵਿਚਕਾਰ ਆਏ ਦਿਨ ਪਤੀ ਪਤਨੀ ਦਾ ਝਗੜਾ ਹੁੰਦਾ ਹੈ? ਕਿਉਂ? ਉਹ ਇੱਕ ਦੂਜੇ ਦਾ ਨਾ ਨੁਕਸ ਲੱਭ ਲੈਂਦੇ ਨੇ। ਜੋ ਹੀ ਨੁਕਸ ਲੱਭਿਆ ਝਗੜਾ ਸ਼ੁਰੂ। ਉਹਨੂੰ ਕਹਿੰਦੇ ਨੇ ਜੋ ਛਿद्र ਦੇਖ ਨਿੰਦਕ ਉਮਾ ਹੈ। ਕਦੇ ਕਸ਼ਤੀ ਹੋਵੇ ਨਾ, ਕਸ਼ਤੀ ਵਿੱਚ ਕਿਸੇ ਦੀ ਕਸ਼ਤੀ ਛੇਦ ਹੋ ਜਾਏ ਤਾਂ ਉਹ ਡੁੱਬ ਜਾਏਗਾ, ਪਾਣੀ ਭਰ ਜਾਏਗਾ। ਤੇ ਉਹ ਆਪਣੇ ਪਤੀ या पत्नी की कश्ती में मोरी देख लेंगे ने, एक मोरी, हाँ ये गलती अब नहीं छोड़ूंगा, देखिए गलती ना ये मोरी। जो छिद्र देख निंदक उमा है, ਉਹਦਾ ਨਿੰਦਕ ਪੱਖ ਪ੍ਰਵਾਨ ਹੋ ਜਾਂਦਾ ਹੈ, ਉਹਦਾ ਕਾਂ ਔਰ ਇਲ ਪ੍ਰਧਾਨ ਹੋ ਜਾਂਦੀ ਹੈ, ਔਰ ਉਹਦੇ ਨਾਲੋਂ ਮੁਰਦਾਰ ਖਾਣਾ ਸ਼ੁਰੂ ਕਰ ਦਿੰਦਾ ਹੈ। ਹੁਣ ਸਿਰਫ ਪਤੀ ਪਤਨੀ ਦੀ ਗੱਲ ਨਾ ਕਰੀਏ, ਅਸੀਂ ਆਪਣੇ ਰਿਸ਼ਤੇਦਾਰਾਂ ਵਿੱਚ, ਆਪਣੇ ਬਿਜ਼ਨਸ ਸਰਕਲ ਵਿੱਚ, ਆਪਣੀ ਬਰਾਦਰੀ ਵਿੱਚ, ਆਪਣੇ ਦੋਸਤਾਂ ਯਾਰਾਂ ਵਿੱਚ जो कोई भी सानू जानता है, असी उहदे छिद्र लभदे रहंदे हां, असी उहदे नुक्स लभदे रहंदे हां। अमेरिका मेरा ब्रदर मैनू कहता एक दिन सैमीनार ते तू पता नहीं किस तरह पॉइंट बोल गया सी, तैनू याद ही नहीं कि एक बारी असी हुण टेप कई सालों बाद सुनी है कार चलांदियां, तां तू उहदे विच बोल रहा सी, तू कह रहा सी असी 99 रीजन तेरे नाल टुरन वाले नू छोड़ देंदे हाँ, पर तेरा एक अवगुण देख के तेरे नाल तोड़न नूं तैयार हो जाते हैं। क्या बात है, वाहे वाहे। तेरे 99 गुण मैनू पसंद नहीं, तेरा एक अवगुण लभ के तेरे नाल मन मटाव, तेरे नाल डिसहारमनी करन नूं तैयार हाँ। यही गल्लां ते पति पत्नी नूं तलाक तक ले जांदियां ने, यही गल्लां ते नूंह और सस नूं विछोड़दियां ने, यही गल्लां ते साडे घरां च वंडियां पांदियां ने, यही गल्लां ते सारी दुनिया में डिसहारमनी क्रिएट करदियां ने कि एक गल तेरे नाल तोड़न वास्ते बहुत। 99 तेरे गुण नहीं माफक, काणी कां इल तेरे ते डिपेंड करता। तू हंस बनना चाहता, मूर्खा कोलों भी चंगा गुण सीख सकना है। डिपेंड तेरे ते करता है। ਜਦੋਂ ਸਤਸੰਗ ਜੀ ਇਹ ਜਾਚ ਆ ਜਾਂਦੀ ਹੈ ਨਾ, ਤਾਂ ਕਹਿੰਦੇ ਨੇ ਸਰਵਰ ਮੈਂ ਹੰਸ ਪ੍ਰਾਨਪਤ ਪਾਵੈ, ਕਿਆ ਬਗ ਬੱਪੜਾ ਛਪੜੀ ਨਾ ਹੈ, ਕਿਚੜ ਡੁੱਬੇ ਮੈਲ ਨਾ ਜਾਏ। ਉਹਨੂੰ ਨਾ ਆਪਣੀ ਮਹਿਲ ਬਾਰੇ ਸਮਝ ਆ ਜਾਂਦੀ ਹੈ ਨਾ, ਫਿਰ ਉਹਨੂੰ ਚਿੱਕੜ ਔਰ ਮੈਲ ਤੋਂ ਛੁੱਟਣਾ ਚਾਹੁੰਦਾ ਹੈ, ਔਰ ਚਿੱਕੜ ਤੋਂ ਮੈਲ ਛੁੱਟਣ ਵਾਸਤੇ ਨਾ ਉਹ ਕਹਿੰਦਾ ਜਿਤਨੀ ਮਰਜ਼ੀ ਮੁਸ਼ਕਲ ਹੋਵੇ, ਮੈਂ ਹੁਣ ਅੰਦਰ ਦੇ ਸਰੋਵਰ ਚੋਂ ਰਤਨ ਜਵਾਹਰੀ ਮਾਣਿਕ ਲੱਭਣੇ ਹੀ ਹਨ। कबीर साहब उस उच्ची अवस्था को कहते हैं, कबीर समुंद ना छोड़ी है जो अतखारो होए। भावें तेनों समुद्र का पानी खारा लगता है, पर समुद्र ना छड़, क्योंकि समुद्र को खारा देख के तू दूर चला जाएगा, समुद्र के अंदर उतरेगा तो रतन जवाहर माणिक ही समुद्र अंदरों ही मिलते हैं। जे तू खारा ही देख के बाहरों दौड़ गया। ਅਸੀਂ ਇसी गल कर वो जी, वो लोग कहते हैं जी अमृत छक लिया तो फिर तुम उत्थे नहीं जा पाओगे, नहीं कर पाओगे, ये नहीं हो जाएगा, वो हो जाएगा, बड़ा मुश्किल हो जाएगा। अमृत छकण नाल कुछ मुश्किल नहीं हो जाता, जीवन होर आसान हो जाता है। विआह शादियां पार्टियां दियां शराबां छुट जांदियां, केसां दे रंगण दी गेम खत्म हो जाती है, रोमां दी बेदी खत्म हो जाती है, फैशन प्रस्ती खत्म हो जाती है, सादगी आ जाती है, और सारे मनुखों में एक पिता एक असके बारक नज़र आने शुरू हो जाते हैं। अमृत छकण तो बाद भी असी वही बाणी पढ़ते हैं, जी बाणी मनु सभै घट राम बोलै, घट घट मैं हरजू बसै, देखना जीना सिखाती है। इसी करके सारे इको शफा ते बिठा के बिना वितकरे तो सबनों खंडे की पौल छकाते हैं। पर जेकर वो बड़ी मुश्किल हो जाएगी जी, वो जी तिखी खंडे तार हो बड़ी मुश्किल होती, वालों निक्की है, इस तरह करके मुश्किल पेश की थी, असी डर गए, जेड़े डर गए वो मर गए, पर जेड़े सतगुर के दर ते चले गए उन्होंने की होया, शब्द मरो
फिर जीवो सद ही ता फिर मर ना होई। इस करके सानू कहते ने कबीर समुंद ना छोड़ी है जो अत खारो होए। पोखर पोखर ढूंढते पलो न कहे कोई। पोखर पोखर की है छप्पड़, निक्के निक्के तलाब। निक्के निक्के तलाबां विच पानी ताज़ा नहीं होंदा, बदबू भी आती है, जाला भी पै जाता है और कीड़े भी पै जाते हैं, ਉਹਦੇ बदबू भी पै जाती है, ਉਹਦੇ ਵਿੱਚ ਉਹ स्वाद नहीं है। उतों तेनों भला सुनिया नहीं आएगा। मेरे निक्के निक्के तालाब है इंद्रे ज्ञानेंद्रे ने, मेरे निक्के निक्के तालाब ने कि कल तक मैं सैलफोन पर सी, अज मैं इंटरनेट पर आ गया। अज मैं इंटरनेट मेरा डेस्कटॉप सी, डेस्कटॉप मैं लैपटॉप पर आ गया। अज लैपटॉप तो मैं आईपैड पर आ गया। आईपैड भी मेरे घर लगता सी, हुण मैनूं वाईफाई सब जगह 24 घंटे चारों पासे दुनिया जिथे भी जाना चाहिए। बस हर वेले मैं अपने छप्पड़ ही रहिंदा। इन्हां छप्पड़ां विच रह के मैनूं हीरे मोती तो चुगने आते नहीं, चिक्कड़ ही है। पोखर पोखर ढूंढते भलो न कह कोई। तू जितना अपने इंद्रे ज्ञानेंद्रे एक एक खूह च फसिया रहेगा, छप्पड़ च फसिया रहेगा, तां तैनूं भला सुनिया नहीं आएगा। सतगुर दी मत दा सागर लब लै, क्या हंस क्या बगला जां को नदर करे। जो तिस भावै नानका कागों हंस करे। तू भी कां तो हंस हो सकता है, कां बिरती तो। असी गुरबाणी चो ये सिखना है कि कां तो मैनू हंस कर देंदे ने। जिस सरोवर च, सरोवर असी अंदर दा लभ लिया, सागर असी अंदर दा लभ लिया। अंदर दा क्यों मान लिया? क्योंकि अंदर रब जी वसदे ने। तो जिस अंदर दे सरोवर विच नहा के कां तो हंस बन जाइदा है, ਉਹਦੇ बारे फरीद जी ने और कबीर जी ने मन किया। छप्पड़ ढूंढे क्या होवे। हुण साडे छप्पड़ की ने? घरां घरां विच नशा, घरां घरां विच शराब, छप्पड़ है। राती पियो सवेरे उतर जाती है। पर ये आदतां अपने तक नहीं रहिंदियां, फिर साडे बच्चे भी ले लैंदे ने। इस करके ये जिहड़े छप्पड़ ने ना, ये बेकार दे ने। डाउरी सिस्टम, डाउरी 4 दिनों में मुक जाती है। लोगों को दिखाया, अगले हफ्ते दूजिया का विआह आ गया। लोग साढ़े घर जो सोफा और फ्रिज आया सी, लोग इन्हूं भुल जाते हैं। तो अगले साल तक फ्रिज और सोफिया के मॉडल बदल जाते हैं। इस करके साड़ी चीज़ भी पुरानी हो जाती है। क्यों? साडा पुत्र पुराना हो गया। क्यों? साड़ी नूंह पुरानी हो गई। ये दाज भी छप्पड़ ने, शराबा भी छप्पड़ ने। पोखर पोखर ढूंढते भलो ना कह, इन्हां चों भला सुनिया नहीं लभदा। जिहड़े लोग स्टॉक मार्केट खेड के रातों रात अमीर बनना चाहते हैं, मैच देख देख के जुए खेडते रहते हैं और लाटरियां की आस करते रहते हैं, जैकपॉट के चक्करां विच पए रहते हैं। ये छप्पड़ है, निराश रहते हैं। हाय कोई दे जाए, हर किसी बनू हैल्प मिल जाए, उन्होंने हैल्प मिल भी जाए तो भी उसमें माण नहीं पाते ने। लुट्टी हुई प्रॉपर्टी या दिती हुई प्रॉपर्टी या मिली हुई प्रॉपर्टी, लुटे हुए पैसे या किसी पासों मिले हुए लखा मेरा प्यो छड्ड गया सी, उन्हां दे नाल खुशियां नहीं प्राप्त होंदियां। जो है मेहनत नाल कमाए हुए 10 रुपए च खुशी प्राप्त होती है।
ਅੰਦਰ ਦੇ ਸਰੋਵਰ ਦੀਆਂ ਗੱਲਾਂ ਨੇ। ਉਹ ਸਾਨੂੰ ਹਰ ਕੋ ਨਾਮ ਜਪ ਨਿਰਮਲ ਕਰਨ ਵਾਲੇ ਸ੍ਰੇਸ਼ਟ ਧਰਮ ਸਿਖਾਉਂਦੀਆਂ